ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਿਨਾਮੇ ਅਕਾਮੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਿਨਾਮੇ ਅਕਾਮੇ। ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਅੱਜ ਧੰਨ ਧੰਨ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਸਮ ਮਹਾਰਾਜ ਦੀ ਜਿਹੜੀ ਰਚਨਾ ਹੈ ਬੇਨਤੀ ਚੌਪਈ, ਉਹਦੇ ਵਿੱਚ ਥੋੜ੍ਹੀ ਪੰਕਤੀਆਂ ਆਉਂਦੀਆਂ ਨੇ ਜਿਹਦੇ ਕਰਕੇ ਕਈਆਂ ਦੇ ਮਨ ਦੇ ਵਿੱਚ ਸ਼ੰਕਾ ਪੈ ਜਾਂਦਾ ਹੈ। ਉਹ ਪੰਕਤੀਆਂ ਇਸ ਪ੍ਰਕਾਰ ਨੇ। ਚੌਪਈ। ਮੈਂ ਨਗ ਨਿਸਹਿ ਪ੍ਰੀਤਮ ਮਨਾਉ, ਕਿਸਨ ਬਿਸਨ ਕਬਹੂ ਨ ਧਿਆਉ। ਕਾਨ ਸੁਨੇ ਪਹਿਚਾਨ ਨ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਇਹਨਾਂ ਪਵਿੱਤਰ ਬਾਣੀ, ਇਹਨਾਂ ਪਵਿੱਤਰ ਪੰਕਤੀਆਂ ਦਾ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਦਾ ਵਿਸ਼ਾ ਕੀ ਹੈ, ਪ੍ਰਯੋਜਨ ਕੀ ਹੈ, ਮਹਾਰਾਜ ਜੀ ਸਾਨੂੰ ਕਿਹੜੇ ਸਿਧਾਂਤ ਦੇ ਨਾਲ ਜੋੜਨਾ ਚਾਹੁੰਦੇ ਨੇ। ਅਤੇ ਫਿਰ ਉਸ ਸਿਧਾਂਤ ਦੇ ਰੌਸ਼ਨੀ ਦੇ ਵਿੱਚ ਇਹਨਾਂ ਪੰਕਤੀਆਂ ਦਾ ਜਿਹੜਾ ਗਿਆਨ ਹੈ ਉਹ ਸਪਸ਼ਟ ਹੋ ਜਾਂਦਾ ਹੈ। ਪਹਿਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਫਿਰ ਜਾ ਕਰਕੇ ਅਸੀਂ ਕਿਤੇ ਦਸਮ ਗ੍ਰੰਥ ਸਾਹਿਬ ਮਹਾਰਾਜ ਦੇ ਬਾਣੀ ਪੜ੍ਹਨ ਦੇ ਲਾਇਕ ਹੁੰਦੇ ਹਾਂ। ਅਤੇ ਪਹਿਲਾਂ ਮਹਾਰਾਜ ਦੀ ਜਿਹੜੀ ਬਾਣੀ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਉਹਦੇ ਵਿੱਚ ਮਹਾਰਾਜ ਜੀ ਦੱਸਦੇ ਨੇ ਕਿ ਆਤਮ ਰਾਮ, ਰਾਮ ਹੈ ਆਤਮ। ਇਹ ਗੁਰਬਾਣੀ ਦਾ ਸਿਧਾਂਤ ਹੈ। ਸਿਧਾਂਤ ਕੀ ਹੁੰਦਾ ਹੈ? ਜੋ ਲਕਸ਼ ਹੁੰਦਾ ਹੈ, ਜੋ ਤੱਤ ਗਿਆਨ ਹੁੰਦਾ ਹੈ। ਹੁਣ ਇਹ ਮਹਾਰਾਜ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਆਤਮ ਰਾਮ, ਰਾਮ ਹੈ ਆਤਮ। ਕਿ ਜਦ ਨਿਰਗੁਣ ਸਰੂਪ ਦੇ ਵਿੱਚ ਪਹਿਲਾਂ ਪਰਮੇਸ਼ਰ ਹੈ ਅਤੇ ਉਹ ਕੇਵਲ ਸੁਨ ਸਮਾਧ ਦੀ ਅਵਸਥਾ ਦੇ ਵਿੱਚ ਹੁੰਦਾ ਹੈ ਅਤੇ ਉਹਨੂੰ ਉਸ ਰੂਪ ਦੇ ਵਿੱਚ ਆਤਮ ਕਿਹਾ ਹੈ। ਅਤੇ ਰਾਮ ਉਹ ਹੈ ਜਦ ਉਹ ਸਭ ਜਗ੍ਹਾ ਪਸਰ ਜਾਂਦਾ ਹੈ। ਪਸਾਰਾ ਕਿਹਦਾ ਹੁੰਦਾ ਹੈ? ਸਰਗੁਣ ਰੂਪ ਦਾ ਹੁੰਦਾ ਹੈ। ਕਿਉਂ ਨਿਰਗੁਣ ਦੇ ਵਿੱਚ ਪਸਾਰਾ ਨਹੀਂ? ਕਿਉਂਕਿ ਉੱਥੇ ਸੰਸਾਰ ਨਹੀਂ, ਸੰਸਾਰ ਦੇ ਵਿੱਚ ਪਸਾਰਾ ਹੁੰਦਾ ਹੈ। ਤਾਂ ਇਸ ਪਸਾਰੇ ਨੂੰ ਰਾਮ ਕਿਹਾ ਜਾਂਦਾ ਹੈ। ਅਤੇ ਆਤਮ ਦਾ ਅਰਥ ਹੋ ਗਿਆ ਹੈ ਨਿਰਗੁਣ, ਅਤੇ ਰਾਮ ਦਾ ਅਰਥ ਹੁੰਦਾ ਹੈ ਸਰਗੁਣ। ਉਹ ਤੋਂ ਅੱਗੇ ਮਹਾਰਾਜ ਕਹਿੰਦੇ ਨੇ ਕਿ ਰਾਮ ਹੈ ਆਤਮ, ਕਿ ਜੋ ਸਰਗੁਣ ਰੂਪ ਹੈ ਉਹ ਹੀ ਨਿਰਗੁਣ ਰੂਪ ਹੈ। ਜਿਹਦਾ ਪਸਾਰਾ ਹੈ ਉਹ ਆਪ ਹੀ ਪਸਰ ਰਿਹਾ ਹੈ, ਉਹਦਾ ਰੂਪ ਉਹੀ ਹੈ। ਅਤੇ ਭਾਵ ਇਹ ਹੈ ਕਿ ਇਸ ਪੰਕਤੀਆਂ ਦੇ ਅਰਥ ਜੇ ਆਪਣੇ ਆਪ ਦੇ ਵਿੱਚ ਦੇਖੀਏ ਤਾਂ ਕੀ ਬਣਦਾ ਹੈ? ਆਤਮ, ਜਿਹੜਾ ਜੀਵ ਦੇ ਵਿੱਚ ਆਤਮਾ ਹੈ ਉਹ ਪ੍ਰਭੂ ਹੈ, ਨਿਰਗੁਣ ਰੂਪ ਹੈ ਕਿਉਂਕਿ ਆਤਮਾ ਦੇਖਿਆ ਨਹੀਂ ਜਾਂਦਾ। ਪਰ ਉਸ ਆਤਮਾ ਦੇ ਬਲ ਦੇ ਉੱਤੇ ਹੀ ਸਰੀਰ ਦੇ ਵਿੱਚੋਂ ਸਾਰੇ ਕੰਮ ਹੁੰਦੇ ਨੇ। ਅਤੇ ਇਹ ਰਾਮ ਰੂਪ ਹੈ, ਸਰੀਰ ਸਰਗੁਣ ਰੂਪ ਹੈ ਅਤੇ ਉਹਦਾ ਹੀ ਪਸਾਰਾ ਹੈ ਆਤਮਾ ਦਾ। ਅਤੇ ਇਸ ਪ੍ਰਕਾਰ ਇਹ ਦੋਨੋਂ ਇੱਕ ਨੇ। ਪਰ ਹੁਣ ਜਿਹੜਾ ਸਰੀਰ ਹੈ ਇਹ ਕਾਲ ਦੇ ਵਿੱਚ ਹੈ। ਜੋ ਵੀ ਸੰਸਾਰ ਦੀ ਰਚਨਾ ਹੈ ਉਹ ਕਾਲ ਦੇ ਅਧੀਨ ਹੈ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ, ਦਸਮ ਮਹਾਰਾਜ ਦੀ ਬਾਣੀ ਹੈ। ਸੋ ਸਰਗੁਣ ਸਰੂਪ ਜਦ ਮਹਾਰਾਜ ਨੇ ਬਣਾਇਆ, ਇਹ ਕਾਲ ਦੇ ਅਧੀਨ ਬਣਾਇਆ ਹੈ। ਅਤੇ ਕਾਲ ਉਸ ਮਹਾਕਾਲ ਭਾਵ ਨਿਰਗੁਣ ਸ਼ਕਤੀ ਦੇ ਅਧੀਨ ਹੁੰਦਾ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਕਿ ਉਹ ਕਾਲ ਅਤੇ ਰਚਨਾ ਤੋਂ ਪਰੇ ਵੀ ਸਤ ਰੂਪ ਹੈ। ਅਤੇ ਜਦ ਕਾਲ ਦੇ ਵਿੱਚ ਆ ਕਰਕੇ ਕਾਲ ਪੁਰਖ ਦਾ ਰੂਪ ਲੈਂਦਾ ਹੈ ਅਤੇ ਤਿੰਨੋਂ ਕਾਲਾਂ ਦੇ ਵਿੱਚ ਉਹ ਸਤ ਹੈ। ਸੋ ਇਸ ਕਰਕੇ ਜਦ ਇਹ ਸਰਗੁਣ ਰੂਪ ਕਾਲ ਦੇ ਅਧੀਨ ਹੈ ਅਤੇ ਸਮਾਂ ਪਾ ਕਰਕੇ ਇਹਨੇ ਆਪਣਾ ਜਿਹੜਾ ਰੂਪ ਹੈ ਤਿਆਗਣਾ ਹੈ। ਅਤੇ ਫਿਰ ਨਿਰਗੁਣ ਅਵਸਥਾ ਦੇ ਵਿੱਚ ਉਹਨਾਂ ਦੀ ਆਤਮਾ ਸਮਾ ਜਾਂਦੀ ਹੈ ਜਿਹੜੇ ਬ੍ਰਹਮ ਰੂਪ ਹੋ ਜਾਂਦੇ ਨੇ।
ਜਿਹੜੇ ਭਗਤ ਰੂਪ ਹੁੰਦੇ ਉਹ ਸੱਚਖੰਡ ਜਾਂਦੇ ਨੇ, ਅਤੇ ਜਿਹੜੇ ਆਮ ਮਨੁੱਖ ਨੇ, ਜਿਹੜੇ ਪਾਪ ਪੁੰਨ ਦੇ ਗੇੜ ਦੇ ਵਿੱਚ ਲੱਗੇ ਨੇ, ਪੁੰਨ ਕਮਾ ਕਰਕੇ ਸਵਰਗ 'ਚ ਜਾਂਦੇ ਹਨ ਅਤੇ ਫਿਰ ਅਵਤਾਰ ਧਰਦੇ ਨੇ ਕਿਸੇ ਨਾ ਜੂਨੀ ਦੇ ਵਿੱਚ, ਅਤੇ ਜਿਹੜੇ ਪਾਪ ਕਮਾਉਂਦੇ ਨੇ ਨਰਕਾਂ ਦੇ ਵਿੱਚ ਜਾਂਦੇ ਨੇ, ਉੱਥੇ ਭੋਗ ਕਰਕੇ ਫਿਰ ਜੂਨਾਂ ਦੇ ਵਿੱਚ ਪੈਂਦੇ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸੰਸਾਰ ਦੇ ਵਿੱਚ ਜੋ ਰੂਪ ਦਿਸ ਰਿਹਾ ਹੈ ਉਹ ਸਰਗੁਣ ਰੂਪ ਹੈ, ਇਹ ਕਾਲ ਦੇ ਅਧੀਨ ਹੈ। ਅਤੇ ਜਦ ਅਸੀਂ ਸਿਰਫ ਬਾਹਰ ਦੇ ਦ੍ਰਿਸ਼ ਦੇ ਨਾਲ ਜੁੜ ਜਾਂਦੇ ਹਾਂ, ਸਿਰਫ ਸਰਗੁਣ ਰੂਪ ਦੇ ਨਾਲ ਜੁੜ ਜਾਂਦੇ ਹਾਂ ਅਤੇ ਸਾਨੂੰ ਨਿਰਗੁਣ ਬ੍ਰਹਮ ਦਾ ਕੋਈ ਗਿਆਨ ਨਾ ਹੋਵੇ, ਅਤੇ ਫਿਰ ਅਸੀਂ ਇੱਕ ਦੇਸ਼ੀ ਹੋ ਜਾਂਦੇ ਹਾਂ, ਇੱਕ ਦੇਸ਼ੀ ਉਪਾਸ਼ਕ ਹੋ ਜਾਂਦੇ ਹਾਂ। ਉਹ ਕਿਵੇਂ? ਦ੍ਰਿਸ਼ਟਾਂਤ ਇਹ ਹੈ ਕਿ ਜਿਹੜੇ ਵਿਸ਼ਨੂੰ ਮਹਾਰਾਜ ਨੂੰ ਪੂਜਦੇ ਨੇ, ਵਿਸ਼ਨੂੰ ਮਹਾਰਾਜ ਦੇ ਕਈ 24 ਅਵਤਾਰ ਹੋਏ ਨੇ, ਕੋਈ ਨਰਸਿੰਘ ਦੇ ਰੂਪ ਦੇ ਵਿੱਚ ਪੂਜਦਾ ਹੈ ਅਤੇ ਉਹਦੀ ਸ਼ਰਧਾ ਕ੍ਰਿਸ਼ਨ ਦੇ ਵਿੱਚ ਨਹੀਂ ਬਣਦੀ। ਕਿਸੇ ਦੀ ਕ੍ਰਿਸ਼ਨ ਦੇ ਵਿੱਚ ਸ਼ਰਧਾ ਬਣਦੀ ਹੈ ਪਰ ਰਾਮ ਦੇ ਵਿੱਚ ਸ਼ਰਧਾ ਨਹੀਂ ਬਣਦੀ। ਸੋ ਇਹਨਾਂ ਦੇ ਵਿੱਚ ਵੀ ਵਖਰੇਵਾਂ ਹੋ ਜਾਂਦਾ ਹੈ, ਜਦ ਕਿ ਇੱਕ ਹੀ ਦੇਵਤਾ ਦੇ ਇਹ ਸਾਰੇ ਰੂਪ ਨੇ 24 ਅਵਤਾਰ, ਪਰ ਉਹ ਉਸ ਇੱਕ ਨੂੰ ਨਹੀਂ ਦੇਖ ਪਾਉਂਦੇ। ਨਾ ਰਾਮ ਦੇ ਵਿੱਚ ਵਿਸ਼ਨੂੰ ਨੂੰ ਜਾਣਦੇ ਹਨ, ਨਾ ਕ੍ਰਿਸ਼ਨ ਦੇ ਵਿੱਚ ਉਹੀ ਵਿਸ਼ਨੂੰ ਨੂੰ ਜਾਣਦੇ ਹਨ। ਇਹਨਾਂ ਨੂੰ ਸਾਰਿਆਂ ਨੂੰ ਅੱਡ ਅੱਡ ਮੰਨਦੇ ਨੇ। ਅਤੇ ਜਿਹੜੇ ਵਿਸ਼ਨੂੰ ਦੇ ਅਵਤਾਰਾਂ ਦੇ ਉਪਾਸ਼ਕ ਨੇ, ਉਹ ਸ਼ਿਵ ਜੀ ਦੇ ਅਵਤਾਰਾਂ ਦੇ ਉਪਾਸ਼ਕ ਨਹੀਂ ਹੁੰਦੇ। ਉਹ ਸ਼ਿਵ ਜੀ ਦੇ ਮਾੜਾ ਚੰਗਾ ਬੋਲਦੇ ਨੇ। ਜਿਹੜੇ ਸ਼ਿਵ ਜੀ ਨੂੰ ਨਹੀਂ ਮੰਨਦੇ, ਵਿਸ਼ਨੂੰ ਨੂੰ ਨਹੀਂ ਮੰਨਦੇ, ਉਹ ਦੇਵੀ ਦੇ ਉਪਾਸ਼ਕ ਹੋ ਜਾਂਦੇ ਨੇ। ਭਾਵ ਇਹ ਜਿਹੜਾ ਸਰਗੁਣ ਦਾ ਪਸਾਰਾ ਹੈ ਉਹਦੇ ਵਿੱਚ ਬੰਦਾ ਫਸ ਜਾਂਦਾ ਹੈ, ਕਿਉਂਕਿ ਇਹ ਇੱਕ ਦੇਸ਼ੀ ਸੋਚ ਰੱਖਦਾ ਹੈ, ਸਿਰਫ ਬਾਹਰ ਦੇ ਬਣਤਰ ਅਤੇ ਨਾਮ ਦੇ ਨਾਲ ਜੁੜ ਜਾਂਦਾ ਹੈ। ਅਤੇ ਜਿਹੜਾ ਨਿਰਗੁਣ ਰੂਪ ਦੇ ਵਿੱਚ ਬ੍ਰਹਮ ਹੈ, ਅੰਦਰ ਜੋ ਹੈ, ਉਹਨੂੰ ਦੇਖਣ ਦੇ ਵਿੱਚ ਅਸਮਰੱਥ ਹੁੰਦਾ ਹੈ, ਜਿਹਦੇ ਕਰਕੇ ਇਹਦਾ ਜਿਹੜਾ ਮਨ ਦਾ ਦੁਐਤ ਹੈ ਉਹ ਨਹੀਂ ਮਿਟਦਾ। ਸੋ ਇਹਦੇ ਸੰਦਰਭ ਦੇ ਵਿੱਚ ਹੀ ਧੰਨ ਧੰਨ ਸ੍ਰੀ ਗੁਰੂ ਦਸਮ ਮਹਾਰਾਜ ਜੀ ਆਪਣੇ ਪਾਵਨ ਪਵਿੱਤਰ ਬਾਣੀ ਦਸਮ ਗ੍ਰੰਥ ਦੇ ਵਿੱਚ 24 ਅਵਤਾਰਾਂ ਦੀ ਕਥਾ ਦੱਸਦੇ ਨੇ, ਅਤੇ ਅੱਗੇ ਬੇਨਤੀ ਚੌਪਈ ਦਾ ਪਾਠ ਆਉਂਦਾ ਹੈ। ਹੁਣ ਇਸ ਰੌਸ਼ਨੀ ਦੇ ਵਿੱਚ ਨਿਰਗੁਣ ਸਰਗੁਣ ਬ੍ਰਹਮ ਜੋ ਹੈ, ਉਸ ਰੌਸ਼ਨੀ ਦੇ ਵਿੱਚ ਅਸੀਂ ਅਰਥ ਕਰੀਏ ਅਤੇ ਫਿਰ ਸਮਝੀਏ ਕਿ ਮਹਾਰਾਜ ਸਾਨੂੰ ਕਿਸ ਤਰੀਕੇ ਨਾਲ ਸਮਝਾਉਣਾ ਚਾਹ ਰਹੇ ਨੇ। ਚੌਪਈ 4 ਤੁਕਾਂ ਦਾ ਸ਼ਬਦ ਹੈ। ਮੈਂ ਨਾ ਗਣੇਸ਼ੇ ਪ੍ਰਥਮ ਮਨਾਉ। ਹੁਣ ਗਣੇਸ਼ ਜਿਹੜਾ ਨਾਮ ਹੈ ਉਹ ਨਿਰਗੁਣ ਰੂਪ ਜਦ ਪਰਮਾਤਮਾ ਸਰਗੁਣ ਰੂਪ ਧਾਰ ਕਰਕੇ ਗਣੇਸ਼ ਦਾ ਰੂਪ ਲੈਂਦਾ ਹੈ। ਗਣਾ ਦਾ ਜਿਹੜਾ ਈਸ਼ਵਰ ਹੈ ਉਹਦਾ ਨਾਂ ਗਣੇਸ਼। ਅਤੇ ਜਦ ਇਹ ਦੇਵਤੇ ਦੇ ਰੂਪ ਦੇ ਵਿੱਚ ਨਿਰਗੁਣ ਬ੍ਰਹਮ ਰੂਪ ਲੈਂਦਾ ਹੈ, ਉਹਨੂੰ ਗਣੇਸ਼ ਮੰਨਿਆ। ਅਤੇ ਜਿਹੜੇ ਸਾਡੇ ਸਨਾਤਨ ਵੀਰ ਨੇ ਉਹ ਗਣੇਸ਼ ਜੀ ਦੀ ਉਸਤਤ ਅਤੇ ਪੂਜਾ ਪਹਿਲਾਂ ਕਰਦੇ ਨੇ ਕੋਈ ਵੀ ਕਾਰਜ ਤੋਂ ਪਹਿਲਾਂ। ਸੋ ਇਸ ਕਰਕੇ ਇਹ ਵਿਧੀ ਦੇ ਅਨੁਸਾਰ ਜਦ ਇਹ ਕੋਈ ਵੀ ਕ੍ਰਮ ਕਰਦੇ ਨੇ, ਚਾਹੇ ਲੋਕ ਦਾ ਹੋਵੇ ਪਰ ਲੋਕ ਸਵਾਰ ਨਾ ਹੋਵੇ, ਇਹ ਗਣੇਸ਼ ਜੀ ਦੀ ਉਸਤਤ ਕਰਦੇ ਨੇ, ਕਿਉਂਕਿ ਇਹਨਾਂ ਨੂੰ ਮੰਨਿਆ ਜਾਂਦਾ ਹੈ ਵਿਘਨ ਨਾਸ਼ਕ। ਅਤੇ ਪਹਿਲਾਂ ਸਾਰੇ ਵਿਘਨਾਂ ਦਾ ਨਾਸ਼ ਇਹਨਾਂ ਦੀ ਪੂਜਾ ਕਰਕੇ ਸਨਾਤਨ ਵੀਰ ਕਰਦੇ ਨੇ, ਉਹਦੇ ਬਾਅਦ ਕਾਰਜ ਆਰੰਭਦੇ ਨੇ। ਅਤੇ ਇਸ ਕਰਕੇ ਜਿਨ੍ਹਾਂ ਨੇ ਗਣੇਸ਼ ਦੇ ਵਿੱਚ ਸ਼ਰਧਾ ਰੱਖੀ ਹੈ, ਜ਼ਰੂਰੀ ਨਹੀਂ ਹੋਣ ਦੇ ਕਾਰਤਿਕੇ ਦੇ ਵਿੱਚ ਵੀ ਸ਼ਰਧਾ ਰੱਖੀ ਹੋਵੇ, ਜਦ ਕਿ ਇਹ ਦੋਨੋਂ ਹੀ ਅਤੇ ਸਾਰੇ ਹੀ ਦੇਵਤੇ ਇੱਕ ਰੂਪ ਨੇ। ਇਹਨਾਂ ਦੇ ਵਿੱਚ ਨਿਰਗੁਣ ਬ੍ਰਹਮ ਦਾ ਉਹੀ ਸਥਾਨ ਹੈ। ਨਿਰਗੁਣ ਬ੍ਰਹਮ ਕਰਕੇ ਇਹਨਾਂ ਦਾ ਸਰਗੁਣ ਰੂਪ ਦਿਸ ਰਿਹਾ ਹੈ, ਪਰ ਜਿਹੜਾ ਕੇਵਲ ਬਾਹਰ ਦੇ ਰੂਪ ਦੇ ਨਾਲ ਜੁੜਦਾ ਹੈ, ਅੰਦਰ ਦਾ ਉਹਨੂੰ ਗਿਆਨ ਨਹੀਂ, ਉਹ ਦਵੈਤ ਮਤ ਦਾ ਧਾਰਨੀ ਹੋ ਜਾਂਦਾ ਹੈ। ਅਤੇ ਮਹਾਰਾਜ ਜੀ ਸਾਨੂੰ ਦਵੈਤ ਮਤ ਤੋਂ ਕੱਟ ਕਰਕੇ ਅਦਵੈਤ ਮਤ ਵੱਲ ਪ੍ਰੇਰਦੇ ਨੇ। ਇਸ ਕਰਕੇ ਮਹਾਰਾਜ ਸਿਰਫ ਪਹਿਲਾਂ ਬਾਹਰ ਦਾ ਖੰਡਨ ਕਰ ਰਹੇ ਨੇ, ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੇ ਬਾਣੀ ਨੇ ਸਾਨੂੰ ਦੱਸਤਾ ਕਿ ਨਿਰਗੁਣ ਵੀ ਉਹੀ ਹੈ ਅਤੇ ਸਰਗੁਣ ਵੀ ਉਹੀ ਹੈ। ਅਤੇ ਜਿਹੜੇ ਸਿਰਫ ਸਰਗੁਣ ਨੂੰ ਹੀ ਰੂਪ ਮੰਨਦੇ ਪਰਮੇਸ਼ਰ ਦਾ, ਨਿਰਗੁਣ ਦਾ ਗਿਆਨ ਨਹੀਂ, ਉਹਨਾਂ ਦੀ ਬੁੱਧੀ ਦਾ ਖੰਡਨ, ਉਹਨਾਂ ਦੇ ਦਵੈਤ ਦਾ ਖੰਡਨ ਕਰਨ ਲਈ ਮਹਾਰਾਜ ਜੀ ਇਹ ਬਾਣੀ ਉਚਾਰ ਰਹੇ ਨੇ ਕਿ ਜਿਵੇਂ ਆਪ ਜੀ ਸਾਰੇ ਮੰਨਦੇ ਹੋ ਕਿ ਪਹਿਲਾਂ ਗਣੇਸ਼ ਦੀ ਪੂਜਾ ਕਰੀਏ ਤਾਂ ਉਹਦੇ ਬਾਅਦ ਕਿਸੇ ਦੇਵਤਿਆਂ ਦੀ ਪੂਜਾ ਕਰ ਸਕਦੇ ਹਾਂ, ਕਿਉਂਕਿ ਉੱਥੇ ਤੁਸੀਂ ਦਵੈਤ ਰੱਖੀ ਹੈ।
ਕਿ ਇਸ ਦੇਵਤਿਆਂ ਬਾਅਦ ਕਿਸੇ ਹੋਰ ਦੇਵਤੇ ਦੀ ਪੂਜਾ ਕਰਾਂਗੇ ਤਾਂ ਕੋਈ ਸਾਡਾ ਕਾਰਜ ਰਸ ਆਊ। ਪਰ ਮਹਾਰਾਜ ਜੀ ਕਹਿ ਰਹੇ ਨੇ ਗੁਰਮਤਿ ਦੇ ਹਿਸਾਬ ਦੇ ਵਿੱਚ ਸਾਰਿਆਂ ਦੇ ਵਿੱਚ ਇੱਕ ਜੋਤ ਦਾ ਨਿਵਾਸ ਹੈ। ਆਤਮ ਰਾਮ, ਰਾਮ ਹੈ ਆਤਮ। ਅਤੇ ਉਹਦੇ ਹੀ ਸੰਦਰਭ ਦੇ ਵਿੱਚ ਹੁਣ ਇਹਨਾਂ ਪੰਕਤੀਆਂ ਦਾ ਅਸੀਂ ਉਚਾਰਨ ਕਰਕੇ ਇਹਦੇ ਅਰਥ ਸਮਝੀਏ, ਵਿਚਾਰ ਕਰੀਏ। ਮੈਂ ਨਾ ਗਣੇਸ਼ੇ ਪ੍ਰਥਮ ਮਨਾਉ। ਮਹਾਰਾਜ ਕਹਿੰਦੇ ਨੇ ਜਿਸ ਤਰੀਕੇ ਨਾਲ ਤੁਸੀਂ ਗਣੇਸ਼ ਨੂੰ ਜਾਣਿਆ, ਮੈਂ ਉਸ ਗਣੇਸ਼ ਨੂੰ ਇਸ ਤਰੀਕੇ ਨਾਲ ਨਹੀਂ ਜਾਣਦਾ। ਮੈਂ ਉਹਦੇ ਵਿੱਚ ਨਿਰਗੁਣ ਦਾ ਰੂਪ ਦੇਖਦੇ ਹਾਂ। ਅਗਲੇ ਪੰਕਤੀ ਦੇ ਵਿੱਚ ਕ੍ਰਿਸ਼ਨ ਬਿਸ਼ਨ ਕਬਹੂ ਨ ਧਿਆਉ। ਹੁਣ ਗਣੇਸ਼ ਦੇ ਬਾਅਦ ਬਾਕੀ ਦੇਵਤਿਆਂ ਦਾ ਪੂਜਨ ਹੁੰਦਾ ਹੈ। ਕ੍ਰਿਸ਼ਨ ਦਾ, ਜਿਹੜੇ ਵਿਸ਼ਨੂੰ ਜੀ ਦੇ ਅਵਤਾਰ ਨੇ, ਵਿਸ਼ਨੂੰ ਜੀ ਦੇ ਅਨੇਕ ਅਵਤਾਰ ਨੇ, ਅਤੇ ਵਿਸ਼ਨੂੰ ਆਪ ਬਹੁਤ ਹੋਏ ਨੇ। ਜਿੰਨੇ ਬ੍ਰਹਮੰਡ ਨੇ ਉਨੇ ਵਿਸ਼ਨੂੰ ਨੇ। ਅਤੇ ਹੁਣ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਦੇਵਤਿਆਂ ਦੀ ਪੂਜਾ ਕਰੋਗੇ? ਇਕੱਲੇ ਇਕੱਲੇ ਦੇ ਵਿੱਚ ਤੁਸੀਂ ਕਿਸੇ ਹੋਰ ਤਰੀਕੇ ਦੀ ਸ਼ਰਧਾ ਰੱਖੀ ਹੈ। ਪਰ ਜੇ ਅਸੀਂ ਗੁਰਮਤਿ ਦੇ ਧਾਰਨੀ ਹੋ ਜਾਈਏ ਤਾਂ ਸਾਰੇ ਦੇਵਤਿਆਂ ਦੇ ਵਿੱਚ ਇੱਕ ਦਾ ਵਾਸਾ ਦੇਖਾਂਗੇ। ਸੋ ਮਹਾਰਾਜ ਕਹਿੰਦੇ ਮੈਂ ਅਨੇਕ ਰੂਪ ਦੇ ਵਿੱਚ ਨਹੀਂ ਉਹਨੂੰ ਪੂਜ ਰਿਹਾ ਜਿਵੇਂ ਸਨਾਤਨ ਵੀਰ ਪੂਜਦੇ ਨੇ। ਮਹਾਰਾਜ ਕਹਿੰਦੇ ਮੈਂ ਉਹਦੇ ਵਿੱਚ ਸਿਰਫ ਆਪਣੇ ਮਹਾਕਾਲ ਨੂੰ ਦੇਖ ਰਿਹਾ, ਜਿਹੜਾ ਕਾਲ ਦਾ ਨਾਸ਼ਕ ਹੈ, ਭਾਵ ਨਿਰਗੁਣ ਸਰੂਪ ਬ੍ਰਹਮ ਹੈ। ਮੈਂ ਨਾ ਗਣੇਸ਼ੇ ਪ੍ਰਥਮ ਮਨਾਉ, ਕਿਸਨ ਬਿਸਨ ਕਬਹੂ ਨ ਧਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸੌ। ਮਹਾਰਾਜ ਜੀ ਕਹਿੰਦੇ ਨੇ ਇਹਨਾਂ ਦਾ ਨਾਮ ਮੈਂ ਕੰਨਾਂ ਦੇ ਰਾਹੀਂ ਸੁਣਦਾ ਹਾਂ ਕਿ ਇਹ ਫਲਾਣਾ ਦੇਵਤਾ ਗਣੇਸ਼ ਹੈ, ਇਹ ਕ੍ਰਿਸ਼ਨ ਹੈ, ਇਹ ਰਾਮ ਹੈ। ਕੰਨਾਂ ਤੋਂ ਇਹਨਾਂ ਦੀ ਕਥਾਵਾਂ ਸੁਣਦਾ ਹਾਂ, ਇਹਨਾਂ ਦਾ ਨਾਂ ਸੁਣਦਾ ਹਾਂ। ਅੱਖਾਂ ਦੇ ਨਾਲ ਕਈਆਂ ਨੂੰ ਇਹਨਾਂ ਦੀ ਪੂਜਾ ਕਰਦਾ ਦੇਖਦਾ ਹਾਂ। ਪਰ ਪਹਿਚਾਨ ਨਾ 300, ਮੈਂ ਗਣੇਸ਼ ਨੂੰ ਗਣੇਸ਼ ਵਰਗਾ ਨਹੀਂ ਜਾਣਿਆ। ਮੈਂ ਕ੍ਰਿਸ਼ਨ ਨੂੰ ਕ੍ਰਿਸ਼ਨ ਹੀ ਨਹੀਂ ਮੰਨਿਆ। ਮੈਂ ਵਿਸ਼ਨੂੰ ਦੇ ਅਨੇਕ ਅਵਤਾਰਾਂ ਨੂੰ ਸਿਰਫ ਵਿਸ਼ਨੂੰ ਦਾ ਰੂਪ ਨਹੀਂ ਮੰਨਿਆ। ਮੇਰੀ ਪਹਿਚਾਨ ਉਹਨਾਂ ਦੇ ਵਿੱਚ ਜਿਹੜਾ ਨਿਰਗੁਣ ਰੂਪ ਦੇ ਵਿੱਚ ਬ੍ਰਹਮ ਹੈ, ਉਹਦੇ ਨਾਲ ਮੇਰੀ ਪਹਿਚਾਨ ਹੈ। ਉਹੀ ਨਿਰਗੁਣ ਨੇ ਇਹ ਸਰਗੁਣ ਰੂਪ ਧਾਰਿਆ ਹੈ। ਜਦ ਉਹ ਸਰਗੁਣ ਰੂਪ ਧਾਰਦਾ ਹੈ, ਉਹਦਾ ਨਾਂ ਕਿਤੇ ਕ੍ਰਿਸ਼ਨ ਹੈ, ਕਿਤੇ ਰਾਮ ਹੈ, ਕਿਤੇ ਗਣੇਸ਼ ਹੈ, ਕਿਤੇ ਦੇਵੀ ਹੈ। ਮੈਂ ਸਿਰਫ ਉਹਨਾਂ ਦੇ ਬਾਹਰਲੇ ਰੂਪ ਨਾਲ ਨਹੀਂ ਜੁੜਿਆ। ਮੇਰੀ ਪਹਿਚਾਨ ਉਸ ਨਿਰਗੁਣ ਬ੍ਰਹਮ ਦੇ ਨਾਲ ਹੈ, ਜਿਹਦੇ ਕਰਕੇ ਮੈਨੂੰ ਹੁਣ ਇਹ ਗਿਆਨ ਹੈ ਕਿ ਨਿਰਗੁਣ ਅਤੇ ਸਰਗੁਣ ਦੀ ਏਕਤਾ ਹੈ। ਪਰ ਜਿਹੜੇ ਸਿਰਫ ਕੇਵਲ ਸਰਗੁਣ ਨੂੰ ਮੰਨਦੇ ਨੇ, ਉਹ ਨਿਰਗੁਣ ਬ੍ਰਹਮ ਤੱਕ ਪਹੁੰਚ ਨਹੀਂ ਪਾ ਰਹੇ। ਉਹਨਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੋ ਰਿਹਾ। ਸੋ ਉਸ ਦਵੈਤ ਮਤ ਨੂੰ ਖੰਡਨ ਕਰਨ ਲਈ ਮਹਾਰਾਜ ਨੇ ਇਹ ਬਾਣੀ ਉਚਾਰੀ। ਲਿਵ ਲਾਗੀ ਮੋਰੀ ਪਗ ਹਿੰਸੋ। ਕਹਿੰਦੇ ਨੇ ਕਿ ਮੇਰੀ ਦਾ ਸੁਰਤੀ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। ਮਹਾਕਾਲ ਰਖਵਾਰ ਹਮਾਰੋ। ਮਹਾਕਾਲ ਭਾਵ ਕਾਲ ਜਿਹੜਾ ਸਰੂਪ ਹੈ, ਸਰਗੁਣ ਸਰੂਪ, ਅਤੇ ਮਹਾਕਾਲ ਉਹ ਨਿਰਗੁਣ ਸਰੂਪ ਹੈ ਜਿਹੜਾ ਕਾਲ ਦਾ ਨਾਸ਼ ਕਰਦਾ ਹੈ। ਕਾਲ ਨਿਰਗੁਣ ਦੇ ਅਧੀਨ ਹੁੰਦਾ ਹੈ, ਸਰਗੁਣ ਕਾਲ ਦੇ ਅਧੀਨ ਹੁੰਦਾ ਹੈ। ਸੋ ਇਸ ਕਰਕੇ ਨਿਰਗੁਣ ਸਰੂਪ ਜੋ ਆਤਮਾ ਹੈ, ਉਹਨੂੰ ਮਹਾਕਾਲ ਕਿਹਾ ਜਾਂਦਾ ਹੈ। ਮਹਾਕਾਲ ਰਖਵਾਰ ਹਮਾਰੋ। ਸੋ ਨਿਰਗੁਣ ਸਰੂਪ ਸਾਡਾ ਰਖਵਾਰਾ ਹੈ। ਮਹਾਲੋਹ ਮੈਂ ਕਿੰਕਰ ਥਾਰੋ। ਹੇ ਮਹਾਰਾਜ ਨਿਰਗੁਣ ਸਰੂਪ ਬ੍ਰਹਮ, ਆਪ ਜੀ ਸਾਡੇ ਦਾਤਾ ਹੋ ਅਤੇ ਮੈਂ ਆਪ ਜੀ ਦਾ ਸੇਵਕ ਹਾਂ। ਆਪ ਜੀ ਸਾਡੀ ਰੱਖਿਆ ਕਰਦੇ ਹੋ। ਸੋ ਜਦ ਆਪਾਂ ਹੁਣ ਇਸ ਬਾਣੀ ਨੂੰ ਗੁਰਬਾਣੀ ਦੇ ਸਿਧਾਂਤ ਦੇ ਨਾਲ ਸਮਝੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਸਾਨੂੰ ਸਿਧਾਂਤ ਦਿੱਤਾ ਹੈ, ਅਦਵੈਤ ਅਤੇ ਪ੍ਰੇਮ ਦਾ ਜਿਹੜਾ ਸਿਧਾਂਤ ਹੈ, ਇਹਨੂੰ ਗੁਰਮਤਿ ਸਿਧਾਂਤ ਕਿਹਾ ਜਾਂਦਾ ਹੈ। ਉਹਦੇ ਸੰਦਰਭ ਦੇ ਵਿੱਚ, ਰੋਸ਼ਨੀ ਦੇ ਵਿੱਚ ਜਦ ਅਸੀਂ ਇਹਨੂੰ ਦੇਖੀਏ, ਵਿਚਾਰੀਏ, ਤਾਂ ਸਾਨੂੰ ਸਮਝ ਆਉਂਦਾ ਇੱਥੇ ਗਣੇਸ਼ ਜੀ ਦਾ ਖੰਡਨ ਨਹੀਂ, ਇੱਥੇ ਕ੍ਰਿਸ਼ਨ ਅਤੇ ਵਿਸ਼ਨੂੰ ਜੀ ਦੇ ਅਵਤਾਰ ਅਨੇਕਾਂ ਦਾ ਖੰਡਨ ਨਹੀਂ, ਨਾ ਦੇਵੀ ਦਾ ਖੰਡਨ ਹੈ। ਇੱਥੇ ਜਿਨ੍ਹਾਂ ਨੇ ਦਵੈਤ ਮਤ ਨੂੰ ਧਾਰਿਆ ਹੋਇਆ ਹੈ, ਉਹਨਾਂ ਦੇ ਦਵੈਤ ਮਤ ਨੂੰ ਖੰਡਨ ਕਰਕੇ ਫਿਰ ਮੰਡਨ ਕਰਨ ਦਾ ਪ੍ਰਯੋਜਨ ਹੈ। ਸਰਗੁਣ ਸਰੂਪ ਦੀ ਇੱਥੇ ਕੋਈ ਨਿੰਦਿਆ ਨਹੀਂ ਕੀਤੀ, ਪਰ ਜਿਨ੍ਹਾਂ ਨੇ ਸਿਰਫ ਸਰਗੁਣ ਦੇ ਹੀ ਲੜ ਲੱਗੇ ਨੇ, ਜਿਨ੍ਹਾਂ ਦਾ ਸਿਰਫ ਦਵੈਤ ਮਤ ਦੇ ਵਿੱਚ ਮਨ ਹੈ, ਉਹਨਾਂ ਨੂੰ ਦਵੈਤ ਤੋਂ ਕੱਢ ਕਰਕੇ ਅਦਵੈਤ ਦੇ ਰਾਹੀਂ ਪਾਉਣਾ, ਉਹ ਮਹਾਰਾਜ ਦਾ ਪ੍ਰਯੋਜਨ ਹੈ। ਸੋ ਅਗਲੀ ਵਾਰੀ ਜਦ ਆਪ ਜੀ ਇਸ ਬਾਣੀ ਨੂੰ ਪੜ੍ਹੋਗੇ, ਇਹਨੂੰ ਵਿਚਾਰ ਸਹਿਤ ਪੜ੍ਹਿਓ ਅਤੇ ਗੁਰਮਤਿ ਦੇ ਸਿਧਾਂਤ ਜਿਹੜਾ ਅਦਵੈਤ ਅਤੇ ਪ੍ਰੇਮ ਹੈ,
ਉਹਦੇ ਰੌਸ਼ਨੀ ਦੇ ਵਿੱਚ ਜਦ ਆਪ ਜੀ ਇਹਦਾ ਪਾਠ ਕਰੋਗੇ ਫਿਰ ਇਹਦਾ ਆਪ ਜੀ ਨੂੰ ਪੂਰਾ ਲਾਹਾ ਮਿਲੂਗਾ। ਇਹਨੇ ਕਿ ਬੇਨਤੀ ਆਪ ਜੀ ਨੇ ਕਬੂਲ ਕਰਨੀ, ਗਲਤੀਆਂ ਦੀ ਆਪ ਜੀ ਨੇ ਮਾफ़ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।